ਵਿਜੀਲੈਂਸ ਦੀ ਜਾਂਚ ਦੇ ਵਿੱਚ ਸ਼ਾਮਿਲ ਹੋਣ ਪਹੁੰਚੇ ਆਮ ਆਦਮੀ ਪਾਰਟੀ ਦੇ ਐਮਐਲਏ ਸ਼ੀਤਲ ਅੰਗੂਰਾਲ ਕਥਿਤ ਆਪਰੇਸ਼ਨ ਲੋਟਸ ਦੇ ਬਾਰੇ ਦਰਜ ਕਰਵਾ ਰਹੇ ਬਿਆਨ। ਆਪ ਨੇ ਬੀਜੇਪੀ ਤੇ ਕਰੋੜਾਂ ਦੀ ਆਫਰ ਦੇ ਲਾਏ ਨੇ ਇਲਜ਼ਾਮ। ਹੁਣ ਤੋਂ ਠੀਕ 1 ਘੰਟੇ ਬਾਅਦ ਸ਼ੁਰੂ ਹੋਵੇਗੀ ਪੰਜਾਬ ਵਿਧਾਨ ਸਭਾ ਦੀ ਕਾਰਵਾਈ। ਸਦਨ ਦੇ ਵਿੱਚ ਭਰੋਸਗੀ ਮਤੇ ਤੇ ਹੋਵੇਗੀ ਚਰਚਾ। ਗੈਂਗਸਟਰ ਦੀਪਕ ਟੀਨੂ ਤੇ ਮੰਤਰੀ ਫੌਜਾ ਸਿੰਘ ਸਰਾਰੀ ਦੇ ਮੁੱਦੇ ਤੇ ਸਰਕਾਰ ਨੂੰ ਘੇਰਨ ਦੀ ਤਿਆਰੀ ਦੇ ਵਿੱਚ ਵਿਰੋਧੀ। ਫਰਾਰ ਗੈਂਗਸਟਰ ਦੀਪਕ ਟੀਨੂ ਦੇ ਮਾਮਲੇ ਦੇ ਵਿੱਚ ਪੁਲਿਸ ਅਜੇ ਵੀ ਖਾਲੀ ਹੱਥ। ਪੁਲਿਸ ਨੇ ਪੰਜਾਬ ਦੇ ਬਾਰਡਰ ਕੀਤੇ ਸੀਲ। ਸੂਤਰਾਂ ਦੇ ਮੁਤਾਬਿਕ 2 ਦਿਨ ਪਹਿਲਾਂ ਹੀ ਸਾਥੀਆਂ ਦੇ ਨਾਲ ਭੱਜਣ ਦਾ ਪਲਾਨ ਬਣਾ ਚੁੱਕਿਆ ਸੀ ਟੀਨੂ। ਥੋੜੀ ਦੇਰ ਦੇ ਵਿੱਚ ਬਰਖਾਸਤ। ਸੀਆਈਏ ਇੰਚਾਰਜ ਦੀ ਮਾਨਸਾ ਕੋਰਟ ਦੇ ਵਿੱਚ ਪੇਸ਼ੀ। ਪੰਜਾਬ ਪੁਲਿਸ ਦੇ ਖਿਲਾਫ ਧਰਨੇ ਤੇ ਬੈਠ ਸਕਦੇ ਨੇ ਸਿੱਧੂ ਮੂਸੇਵਾਲਾ ਦੀ ਮਾਤਾ। ਝੁਨੀਰ ਦੇ ਵਿੱਚ ਜਿੱਥੋਂ ਟੀਨੂ ਫਰਾਰ ਹੋਇਆ ਉਸੇ ਥਾਂ ਤੇ ਪਹੁੰਚੇ ਚਰਨ ਕੌਰ। ਪੁਲਿਸ ਦੇ ਗੈਂਗਸਟਰਾਂ ਨੂੰ ਮਦਦ ਪਹੁੰਚਾਉਣ ਦੇ ਲਾਏ ਨੇ ਇਲਜ਼ਾਮ। ਗੁਰਦਾਸਪੁਰ ਦੇ ਵਿੱਚ ਸ਼ਖਸ ਨੇ ਪੁਲਿਸ ਵਾਲੇ ਤੋਂ ਖੋਈ ਰਾਈਫਲ। ਧਾਰੀਵਾਲ ਪੁਲਿਸ ਸਟੇਸ਼ਨ ਦੇ ਵਿੱਚ ਵੜ ਕੇ ਖੋਈ ਐਸਐਲਆਰ। ਮੁਲਜ਼ਮ ਨੇ ਖੁਦ ਫੇਸਬੁੱਕ ਤੇ ਲਾਈਵ ਹੋ ਕੇ ਦੱਸਿਆ। ਅੰਮ੍ਰਿਤਪਾਲ ਨੂੰ ਲੈ ਕੇ ਪਿੰਡਰਾਵਾਲੇ ਦੇ ਪਰਿਵਾਰ ਦਾ ਬਿਆਨ। ਜਸਬੀਰ ਸਿੰਘ ਰੋਡੇ ਬੋਲੇ ਪਿੰਡਰਾਵਾਲੇ ਦਾ ਵਾਰਿਸ ਨਹੀਂ ਅੰਮ੍ਰਿਤਪਾਲ। ਪਿੰਡਰਾਵਾਲੇ ਨੇ ਕਦੇ ਨਹੀਂ ਮੰਗਿਆ ਖਾਲਿਸਤਾਨ। ਪਾਕਿਸਤਾਨ ਦੇ ਇਤਿਹਾਸਿਕ ਗੁਰੂ ਘਰ ਪੰਜਾ ਸਾਹਿਬ ਦੇ ਵਿੱਚ ਬੇਅਦਬੀ। ਜੁੱਤੀਆਂ ਸਮੇਤ ਗੁਰਦੁਆਰਾ ਕੰਪਲੈਕਸ ਦੇ ਵਿੱਚ ਵੜੀ ਫਿਲਮ ਦੀ ਟੀਮ। ਬੀਜੇਪੀ ਆਗੂ ਸਿਰਸਾ ਬੋਲੇ ਲਗਾਤਾਰ ਸਿੱਖਾਂ ਦੇ ਖਿਲਾਫ ਕਾਰਵਾਈਆਂ ਨੂੰ ਇਗਨੋਰ ਕਰ ਰਹੀ ਹੈ ਪਾਕਿਸਤਾਨ ਸਰਕਾਰ। ਪੰਜਾਬ ਦੇ ਲੀਡਰਾਂ ਨੂੰ ਵਿਦੇਸ਼ੀ ਨੰਬਰਾਂ ਤੋਂ ਧਮਕੀਆਂ ਮਿਲਣ ਦਾ ਸਿਲਸਿਲਾ ਜਾਰੀ। ਹੁਣ ਕਾਂਗਰਸ ਸਾਂਸਦ ਰਵਨੀਤ ਬਿੱਟੂ ਨੂੰ ਆਇਆ ਧਮਕੀ ਭਰਿਆ ਫੋਨ। ਬਿੱਟੂ ਨੇ ਪੁਲਿਸ ਦੇ ਕੋਲ ਦਰਜ ਕਰਵਾਈ ਸ਼ਿਕਾਇਤ। ਰਾਮ ਰਹੀਮ ਨੇ ਸਿਰਫ ਹਨੀਪ੍ਰੀਤ ਦੇ ਨਾਲ ਰੱਖਿਆ ਨਾਤਾ। ਫੈਮਿਲੀ ਆਈਡੀ ਦੇ ਵਿੱਚ ਸਿਰਫ ਹਨੀਪ੍ਰੀਤ ਦਾ ਨਾਂ, ਪਰਿਵਾਰ ਦਾ ਨਹੀਂ ਕੋਈ ਜ਼ਿਕਰ। ਵਿਦੇਸ਼ ਸੈਟਲ ਹੋ ਗਿਆ ਰਾਮ ਰਹੀਮ ਦਾ ਪੂਰਾ ਪਰਿਵਾਰ। ਗੁਰੂਗ੍ਰਾਮ ਦੇ ਉਦਯੋਗ ਵਿਹਾਰ ਦੇ ਵਿੱਚ ਟਈ ਫੈਕਟਰੀ ਦੀ ਕੰਧ। ਹੁਣ ਤੱਕ 4 ਮਜ਼ਦੂਰਾਂ ਨੂੰ ਸੁਰੱਖਿਅਤ ਕੱਢਿਆ ਬਾਹਰ। ਮਲਬੇ ਹੇਠਾਂ ਦਬਣ ਦੇ ਨਾਲ 2 ਮਜ਼ਦੂਰਾਂ ਦੀ ਮੌਤ। ਪੰਜਾਬ ਦੇ ਵਿੱਚ ਨਹੀਂ ਰੁਕ ਰਿਹਾ ਨਸ਼ੇ ਦਾ ਕਹਿਰ। ਅੰਮ੍ਰਿਤਸਰ ਤੋਂ ਸਾਹਮਣੇ ਆਈ ਇੱਕ ਹੋਰ ਵੀਡੀਓ। ਨਸ਼ੇ ਦੇ ਵਿੱਚ ਧੁੱਤ ਦਿਖਾਈ ਦੇ ਰਿਹਾ ਸ਼ਖਸ। ਤਲਵੰਡੀ ਸਾਬੋ ਦੇ ਸਕੂਲ ਦੇ ਵਿੱਚ ਇੰਜੈਕਸ਼ਨ ਦੇ ਨੇੜੇ ਮਿਲੀ ਇੱਕ ਨੌਜਵਾਨ ਦੀ ਲਾਸ਼। ਪੰਜਾਬ ਭਰ ਦੇ ਪੀਆਰਟੀਸੀ ਮੁਲਾਜ਼ਮਾਂ ਦਾ ਪਟਿਆਲਾ ਦੇ ਵਿੱਚ ਹੱਲਾ ਬੋਲ। ਬੱਸ ਸਟੈਂਡ ਤੇ ਕਰ ਰਹੇ ਨੇ ਜ਼ਬਰਦਸਤ ਪ੍ਰਦਰਸ਼ਨ। 3 ਮਹੀਨਿਆਂ ਤੋਂ ਤਨਖਾਹ ਨਾ ਮਿਲਣ ਕਰਕੇ ਨਾਰਾਜ਼ ਨੇ ਮੁਲਾਜ਼ਮ। ਤਹਿਰਾਨ ਤੋਂ ਚੀਨ ਜਾ ਰਹੀ ਫਲਾਈਟ ਦੇ ਵਿੱਚ ਬੰਬ ਹੋਣ ਦਾ ਖਦਸ਼ਾ। ਫਲਾਈਟ ਨੂੰ ਭਾਰਤੀ 에ਅਰਸਪੇਸ ਤੋਂ ਬਾਹਰ ਛੱਡ ਕੇ ਆਏ ਸੁਖੋਈ ਜੈਟ। ਚੰਡੀਗੜ੍ਹ ਤੇ ਜੈਪੁਰ ਦੇ ਵਿੱਚ ਲੈਂਡਿੰਗ ਦੀ ਦਿੱਤੀ ਗਈ ਸੀ ਇਜਾਜ਼ਤ। ਸਤਿ ਸ਼੍ਰੀ ਅਕਾਲ। ਸਮੇਂ ਦੇ ਬੁਲੇਟਿਨ 'ਚ ਸਵਾਗਤ ਹੈ। ਮੈਂ ਤੁਹਾਡੇ ਨਾਲ ਖੁਸ਼ਰੋਜ਼ ਸੰਧੂ। ਖਬਰਾਂ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਕਰਦੇ ਇੱਕ ਵੱਡੀ ਖਬਰ ਤੋਂ। ਈਰਾਨ ਚੀਨ ਫਲਾਈਟ ਦੇ ਵਿੱਚ ਬੰਬ ਦਾ ਖਦਸ਼ਾ। ਇਸ ਨੂੰ ਲੈ ਕੇ ਵੱਡੀ ਖਬਰ ਹੈ। ਮਹਾਨ 에ਅਰ ਦੀ ਫਲਾਈਟ ਦੇ ਵਿੱਚ ਬੰਬ ਹੋਣ ਦਾ ਸ਼ੱਕ ਹੈ। ਭਾਰਤੀ 에ਅਰ ਸਪੇਸ ਤੋਂ ਬਾਹਰ ਨਿਕਲਿਆ ਜਹਾਜ਼ ਭਾਰਤੀ 에ਅਰ ਸਪੇਸ ਤੋਂ ਬਾਹਰ ਛੱਡ ਕੇ ਆਏ ਨੇ। ਦੱਸਦੀ ਕਿ ਸੁਖੋਈ ਜੈਟ ਔਰ ਚੰਡੀਗੜ੍ਹ ਦੇ ਜੈਪੁਰ ਦੇ ਵਿੱਚ ਲੈਂਡਿੰਗ ਦੀ ਇਜਾਜ਼ਤ ਦਿੱਤੀ ਗਈ ਸੀ। ਹਾਲਾਂਕਿ ਚੀਨ ਦੇ ਵੱਲ ਨਿਕਲਿਆ ਤਹਿਰਾਨ ਦਾ ਜਹਾਜ਼। ਤਾਂ ਇਹ ਅਹਿਮ ਖਬਰ ਇਸ ਵੇਲੇ ਦੀ ਸਾਹਮਣੇ ਆ ਰਹੀ ਹੈ ਕਿਉਂਕਿ ਇੱਕਦਮ ਤੋਂ ਇਹ ਸੂਚਨਾ ਮਿਲੀ, ਇੱਕਦਮ ਤੋਂ ਇਹ ਜਾਣਕਾਰੀ ਮਿਲੀ ਔਰ ਕਿ ਬੰਬ ਹੈ ਤਾਂ ਉਸ ਤੋਂ ਬਾਅਦ ਲੈਂਡਿੰਗ ਨੂੰ ਲੈ ਕੇ ਇਜਾਜ਼ਤ ਦਿੱਤੀ ਗਈ ਹੈ। ਸੋ ਹਾਲਾਂਕਿ ਇਸ ਨੂੰ ਲੈ ਕੇ ਵੱਖੋ ਵੱਖਰੀਆਂ ਖਬਰਾਂ ਦੀ ਜਿਹੜੀ ਹੈ ਚਰਚਾਵਾਂ ਕਹਿ ਸਕਦੇ ਹਾਂ ਉਹ ਵੀ ਜਿਹੜੀਆਂ ਸਾਹਮਣੇ ਆ ਰਹੀਆਂ ਨੇ। ਪਰ ਇਸ ਵੇਲੇ ਦੀ ਜੋ ਅਹਿਮ ਖਬਰ, ਅਹਿਮ ਜਾਣਕਾਰੀ ਨਿਊਜ਼ 18 ਪੰਜਾਬ ਦੇ ਕੋਲ ਹੈ ਤਾਂ ਉਸ ਦੇ ਮੁਤਾਬਿਕ ਤੁਹਾਨੂੰ ਦੱਸ ਰਹੇ ਹਾਂ ਕਿ ਈਰਾਨ ਚੀਨ ਫਲਾਈਟ ਤੇ ਬੰਬ ਦਾ ਖਦਸ਼ਾ ਹੋਇਆ, ਯਾਨੀ ਕਿ ਜਾਣਕਾਰੀ ਮਿਲੀ। ਇਹ ਜਾਣਕਾਰੀ ਸਾਹਮਣੇ ਆਈ ਤਾਂ ਉਸ ਤੋਂ ਬਾਅਦ ਮਹਾਨ 에ਅਰ ਦੀ ਫਲਾਈਟ ਦੇ ਵਿੱਚ ਦੱਸ ਦਈਏ ਕਿ ਜੋ ਸ਼ੱਕ ਹੋਇਆ ਤਾਂ ਉਸ ਤੋਂ ਬਾਅਦ ਭਾਰਤੀ 에ਅਰ ਸਪੇਸ ਤੋਂ ਜਹਾਜ਼ ਬਾਹਰ ਨਿਕਲਿਆ। ਇਜਾਜ਼ਤ ਮੰਗੀ ਗਈ ਸੀ ਐਮਰਜੈਂਸੀ ਲੈਂਡਿੰਗ ਦੀ ਤਾਂ ਭਾਰਤੀ 에ਅਰ ਸਪੇਸ ਤੋਂ ਬਾਹਰ ਛੱਡ ਕੇ ਸੁਖੋਈ ਜੈਟ ਆਏ ਨੇ ਤਾਂ ਚੰਡੀਗੜ੍ਹ ਤੇ ਜੈਪੁਰ ਦੇ ਵਿੱਚ ਲੈਂਡਿੰਗ ਦੀ ਇਜਾਜ਼ਤ ਦਿੱਤੀ ਗਈ ਸੀ। ਯਾਨੀ ਕਿ ਇੱਥੇ ਜ਼ਿਕਰ ਚੰਡੀਗੜ੍ਹ ਦਾ ਵੀ ਹੋ ਰਿਹਾ ਹੈ। ਇੱਥੇ ਵੀ ਇਜਾਜ਼ਤ ਜਿਹੜੀ ਹੈ ਉਹ ਦੇ ਦਿੱਤੀ ਗਈ ਸੀ ਕਿ ਲੈਂਡਿੰਗ ਕੀਤੀ ਜਾ ਸਕਦੀ ਹੈ ਜੈਪੁਰ ਦੇ ਵਿੱਚ ਔਰ ਚੰਡੀਗੜ੍ਹ ਦੇ ਵਿੱਚ। 2 ਥਾਵਾਂ ਦੇ ਵਿੱਚ 2 에ਅਰਪੋਰਟ ਤੇ ਜਿੱਥੇ ਐਮਰਜੈਂਸੀ ਲੈਂਡਿੰਗ ਨੂੰ ਲੈ ਕੇ ਇਜਾਜ਼ਤ ਦਿੱਤੀ ਗਈ ਤਾਂ ਚੀਨ ਦੇ ਵੱਲ ਨਿਕਲਿਆ ਤਹਿਰਾਨ ਦਾ ਜਹਾਜ਼। ਤਾਂ ਹੁਣ ਇਹ ਜਾਣਕਾਰੀ ਸਾਹਮਣੇ ਆ ਰਹੀ ਹੈ। शैलेंद्र वांगू ने फोन लाइन थे साढ़े नाल ज्यादा जानकारी ली। शैलेंद्र, क्या कुछ हाल ही की जानकारी है? देखिए, आज सुबह ये जानकारी मिली थी भारत को कि एक एयरलाइन जो कि ईरान से निकली थी और वो चाइना जा रही थी और इंडियन एयर स्पेस में रहते हुए ईरान की तरफ से हमें कम्युनिकेट किया गया कि इस फ्लाइट पर बॉम्ब स्केयर है, यानी कि बॉम्ब को लेकर जानकारी मिली थी। हालांकि इस जानकारी के बाद तुरंत जो इंडियन एयरफोर्स के जो क्राफ्ट हैं
वो स्क्रैम्बल कर दिया गया, जेट्स को स्क्रैम्बल कर दिया गया, यानी कि उसके पीछे लगाया गया एट अ सेफ डिस्टेंस। और उस पूरे दौरान जितनी देर वो इंडियन एयर स्पेस में रहा, पूरे टाइम इंडियन जो जेट्स हैं वो एट अ सेफ डिस्टेंस फ्लाई करते रहे इस एयरक्राफ्ट के साथ। लेकिन उसके तुरंत बाद ईरान की तरफ से ये इन्फॉर्मेशन आया कि जो बॉम्ब स्केयर की जो थ्रेट है वो सीरियस नहीं है, जिसके बाद इस एयरक्राफ्ट को वापस आगे चाइना के लिए इंडियन स्पेस के दौरान पूरा होते हुए चाइना तक जो है इसको जाने दिया गया। इंडियन स्पेस को अभी फिलहाल छोड़ चुका है। हालांकि आपको बता दें कि इस एयरक्राफ्ट के इस बॉम्ब स्केयर के बाद जो मिनिस्ट्री ऑफ सिविल एविएशन है और ब्यूरो ऑफ सिविल एविएशन सिक्योरिटी BCAS है, वो लगातार संपर्क में बने रहे और ये पाया गया कि इसमें कोई ऐसा थ्रेट नहीं है, जिसके बाद इसको आगे रवाना किया गया। हालांकि ये भी ऑप्शन दिया गया कि या तो जयपुर में या चंडीगढ़ में इस प्लेन को लैंड करा सकते हैं, इमरजेंसी लैंडिंग करा सकते हैं, लेकिन पायलट की तरफ से जो है उसको रिजेक्ट किया गया और फाइनली जो ये एयरक्राफ्ट है वो इंडियन एयर स्पेस छोड़ चुका है। और फिलहाल इस बॉम्ब स्केयर को लेकर जो इन्फॉर्मेशन ईरान से मिल रही है कि इसमें जो बॉम्ब स्केयर की जो थ्रेट थी वो सीरियस नहीं थी, जिसके बाद अब जो ये एयरक्राफ्ट है वो आगे रवाना हो चुका है चाइना के। यानी कि अफवाह थी शैलेंद्र ये कहें, लेकिन उसके बाद जो हड़कंप मचा है, सीधे तौर पर अगर हड़कंप कहे तो इसको सही होगा, जिस तरह से लगातार कई घंटे से इसको लेकर चर्चाएं हो रही हैं। बिल्कुल बिल्कुल, जिस तरह की इंफॉर्मेशन ये सामने आई थी उसके बाद जो भी डाउन लेड प्रोसीजर्स हैं उनको फॉलो किया गया और जिसके चलते जैसे मैंने आपको बताया कि लगातार इसको मॉनिटर किया जा रहा था। और जब इस तरह की थ्रेट होती है तो इंडियन एयरफोर्स के जो जेट्स हैं वो स्क्रैम्बल किए जाते हैं, यानी कि उनको एक्टिवेट किया जाता है, वो ऑन मीडियर पहुंच जाते हैं ताकि इस तरह की किसी भी थ्रेट से निपटने के लिए वो तैयार रहे। लेकिन जो प्रोसीजर्स को फॉलो किया गया, लेकिन बाद में जब इन्फॉर्मेशन इस तरह की मिली कि इसमें कोई थ्रेट नहीं है, उसके बाद ही इसको इंडियन एयरस्पेस से रवाना करने के बाद ही जो जेट स्क्रैम्बल किए गए थे वो वापस लौट आए हैं। लेकिन फिलहाल इस पर नजर रखी जा रही है। जैसा कि चाइना में लैंड करता है उसके बाद एक प्रॉपर जो प्रोसीजर्स होते हैं वहां पर पहुंचने के बाद वो भी फॉलो किए जाएंगे। हालांकि अब तक ये क्लियर नहीं है कि इस फ्लाइट में कोई इंडियन था या नहीं, लेकिन क्योंकि इंडियन एयरस्पेस में ये उस वक्त मौजूद था जब ये थ्रेट की कॉल आई थी, इसलिए जेट्स को स्क्रैम्बल किया गया। लेकिन फिलहाल एक राहत की बात यह है कि ईरान की तरफ से कहा गया कि ऐसा कोई थ्रेट सीरियस नहीं है, जिसके बाद इंडियन एयरफोर्स के जो जेट्स हैं वो आखिरी छोर तक उसको रवाना करके वापस वहां से लौट आए हैं। लेकिन फिलहाल ये फ्लाइट जब चाइना की गंगजोउ में पहुंचेगी वहां पर जो आगे की जो कार्रवाई होगी वो की जाएगी। ठीक है शैलेंद्र, तमाम जानकारी के लिए धन्यवाद। ਤਾਂ ਸਿੱਧੇ ਤੌਰ ਤੇ ਹੁਣ ਈਰਾਨ ਔਰ ਜ਼ਿਕਰ ਕੀਤਾ ਜਾਵੇ ਇਸ ਫਲਾਈਟ ਦਾ, ਚੀਨ ਫਲਾਈਟ ਦਾ, ਜਿਸ ਤੇ ਵਿੱਚ ਬੰਬ ਦਾ ਖਦਸ਼ਾ ਜ਼ਾਹਿਰ ਕੀਤਾ ਗਿਆ। ਤਾਂ ਸਿੱਧੀ ਭਾਸ਼ਾ ਵਿੱਚ ਕਹੀਏ ਤਾਂ ਜੈਟਸ ਦੇ ਵੱਲੋਂ, ਫਾਈਟਰ ਜੈਟਸ ਦੇ ਵੱਲੋਂ ਜਿਹੜਾ ਛੱਡ ਕੇ ਆਇਆ ਗਿਆ ਹੈ, ਯਾਨੀ ਕਿ ਉਸ ਸਪੇਸ ਦੇ ਵਿੱਚ ਭਾਰਤੀ 에ਅਰ ਸਪੇਸ ਨੂੰ ਕ੍ਰਾਸ ਕਰਵਾ ਕੇ ਆਇਆ ਜਹਾਜ਼ ਦੇ ਵਿੱਚ। ਜੋ ਅਫਵਾਹ ਫੈਲੀ ਸੀ ਕਿ ਬੰਬ ਹੈ, ਉਸ ਦਾ ਅਜਿਹੀ ਖਬਰ ਕੋਈ ਨਹੀਂ ਸੀ, ਯਾਨੀ ਕਿ ਇੱਕ ਤਰ੍ਹਾਂ ਦੇ ਨਾਲ ਅਫਵਾਹ ਹੀ ਇਸ ਨੂੰ ਮੰਨਿਆ ਜਾ ਸਕਦਾ। ਪਰ ਉਸ ਤੋਂ ਬਾਅਦ ਲਗਾਤਾਰ 3-4 ਘੰਟੇ ਤੋਂ ਚਰਚਾ ਹੋ ਰਹੀ ਹੈ ਔਰ ਉਸ ਨੂੰ ਲੈ ਕੇ ਪੂਰਾ ਕਹਿ ਸਕਦੇ ਆ ਕਿ ਇਸ ਵੇਲੇ ਜਿਹੜਾ ਡਿਪਾਰਟਮੈਂਟ ਹੈ, ਭਾਰਤ ਦੀ ਗੱਲ ਕੀਤੀ ਜਾਵੇ ਜਾਂ ਫਿਰ ਈਰਾਨ ਦੀ ਗੱਲ ਕੀਤੀ ਜਾਏ, ਚੀਨ ਦੀ ਗੱਲ ਕੀਤੀ ਜਾਵੇ, ਤਾਂ ਹਰ ਪਾਸੇ ਜਿਹੜਾ ਆਪਰੇਸ਼ਨ ਆਪਣੇ ਵੱਲੋਂ ਕੀਤਾ ਜਾ ਰਿਹਾ ਸੀ, ਜੋ ਵੀ ਅਕਵਾਇਰ ਕਰਨੇ ਸਨ ਸਭ ਕੀਤੇ ਗਏ ਨੇ। ਤਾਂ ਭਾਰਤ ਦੇ ਵੱਲੋਂ ਆਪਣੀ ਜ਼ਿੰਮੇਵਾਰੀ ਇੱਥੇ ਅਦਾ ਕੀਤੀ ਗਈ ਹੈ। ਤਾਂ ਫਿਲਹਾਲ ਭਾਰਤੀ ਸਪੇਸ ਤੋਂ ਜਿਹੜਾ ਜਹਾਜ਼ ਹੈ ਉਹ ਬਾਹਰ ਨਿਕਲ ਚੁੱਕਿਆ ਹੈ। ਅੱਗੇ ਵਧਿਆ ਤਾਂ ਕਥਿਤ ਆਪਰੇਸ਼ਨ ਲੋਟਸ ਦੀ ਜਾਂਚ ਦੇ ਵਿੱਚ ਸ਼ਾਮਿਲ ਹੋਏ ਨੇ ਆਮ ਆਦਮੀ ਪਾਰਟੀ ਦੇ ਐਮਐਲਏ ਸ਼ੀਤਲ ਅੰਗੁਰਾਲ ਤੇ ਰਮਨ ਅਰੋੜਾ ਨੇ ਆਪਣੇ ਬਿਆਨ ਦਰਜ ਕਰਵਾਏ ਨੇ। ਮੋਹਾਲੀ ਵਿਜੀਲੈਂਸ ਦਫ਼ਤਰ ਦੇ ਵਿੱਚ ਦੱਸਦੀ ਕਿ ਬਿਆਨ ਦਰਜ ਕਰਵਾਏ ਗਏ ਨੇ। ਅੰਗੁਰਾਲ ਨੇ ਬੀਜੇਪੀ ਵੱਲੋਂ ਆਫਰ ਦੇ ਇਲਜ਼ਾਮ ਲਗਾਏ ਸਨ। ਆਮ ਆਦਮੀ ਪਾਰਟੀ ਦਾ ਦਾਅਵਾ ਹੈ ਕਿ ਉਹਨਾਂ ਦੇ ਵਿਧਾਇਕਾਂ ਨੂੰ ਬੀਜੇਪੀ ਦੇ ਵੱਲੋਂ ਖਰੀਦਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਰੋੜਾਂ ਰੁਪਏ ਦੀ ਆਫਰ ਦਿੱਤੀ ਜਾ ਰਹੀ ਹੈ। ਦਿੱਲੀ ਤੋਂ ਬੀਜੇਪੀ ਦੇ ਲੀਡਰਾਂ ਨੇ ਫੋਨ ਕੀਤੇ ਨੇ ਔਰ ਇਹਨਾਂ ਨੰਬਰਾਂ ਦੀ ਜਾਣਕਾਰੀ ਵੀ ਜਿਹੜੀ ਹੈ ਵਿਧਾਇਕ ਦੇ ਸਕਦੇ ਨੇ, ਕਿਉਂਕਿ ਹੁਣ ਜਾਂਚ ਕੀਤੀ ਜਾ ਰਹੀ ਹੈ। ਆਪਰੇਸ਼ਨ ਲੋਟਸ ਦੀ ਜਾਂਚ ਹੈ ਤਾਂ ਇਸ ਦੇ ਵਿੱਚ ਸ਼ਾਮਿਲ ਹੋਇਆ ਜਾ ਰਿਹਾ, ਕਿਉਂਕਿ ਸੁਭਾਵਿਕ ਤੌਰ ਤੇ ਜਿਨ੍ਹਾਂ ਨੂੰ ਫੋਨ ਆਏ ਨੇ ਤਾਂ ਉਹਨਾਂ ਦੇ ਵੱਲੋਂ ਆਪਣੇ ਬਿਆਨ ਵੀ ਦਰਜ ਕਰਵਾਏ ਜਾਣੇ ਨੇ ਔਰ ਜੋ ਵੀ ਪੁੱਛਗਿੱਛ ਹੋਏਗੀ ਤਾਂ ਉਸ ਦੇ ਵਿੱਚ ਵੀ ਸਾਰੇ ਸਵਾਲ ਜਵਾਬ ਜਿਹੜੇ ਨੇ ਕੀਤੇ ਜਾਣਗੇ। ਮੋਹਾਲੀ ਵਿਜੀਲੈਂਸ ਦਫ਼ਤਰ ਦੇ ਵਿੱਚ ਜਾ ਕੇ ਬਿਆਨ ਦਰਜ ਕਰਾਏ ਗਏ ਨੇ। ਅੰਗੁਰਾਲ ਨੇ ਦੱਸੀ ਕਿ ਬੀਜੇਪੀ ਦੇ ਵੱਲੋਂ ਆਫਰ ਦੇ ਇਲਜ਼ਾਮ ਨਾ ਸਿਰਫ ਲਗਾਏ ਸਨ ਬਲਕਿ ਇਹ ਵੀ ਕਿਹਾ ਸੀ ਕਿ ਧਮਕੀਆਂ ਦੀ ਕਾਲਸ ਵੀ ਆਈਆਂ ਨੇ ਔਰ ਜਾਨੋਂ ਤੱਕ ਮਾਰਨ ਦੀ ਧਮਕੀ ਜਿਹੜੀ ਹੈ ਉਹ ਵੀ ਦਿੱਤੀ ਗਈ ਹੈ। ਸੋ ਇਸ ਤਰ੍ਹਾਂ ਦੇ ਦਾਅਵੇ ਆਮ ਆਦਮੀ ਪਾਰਟੀ ਦੇ ਵੱਲੋਂ ਕੀਤੇ ਗਏ ਸਨ।
ਅੱਗੇ ਵਧਿਆ ਤਾਂ ਜ਼ਿਕਰ ਕਰਾਂਗੇ ਗੁਰੂਗ੍ਰਾਮ ਦਾ, ਜਿੱਥੇ ਕੀ ਵੱਡਾ ਹਾਦਸਾ ਵਾਪਰਿਆ। ਉਦਯੋਗ ਵਿਹਾਰ ਦੇ ਵਿੱਚ ਫੈਕਟਰੀ ਦੀ ਕੰਧ ਢਹਿ ਗਈ ਹੈ ਤਾਂ 4 ਮਜ਼ਦੂਰਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ ਔਰ ਮਲਬੇ ਦੇ ਹੇਠਾਂ ਦਬਣ ਦੇ ਨਾਲ 2 ਮਜ਼ਦੂਰਾਂ ਦੀ ਮੌਤ ਹੋ ਗਈ ਹੈ। 2 ਮਜ਼ਦੂਰਾਂ ਦੇ ਗੰਭੀਰ ਜ਼ਖਮੀ ਹੋਣ ਦੀ ਵੀ ਖਬਰ ਹੈ। ਸੋ ਹਾਦਸਾ ਵਾਪਰਿਆ, ਮੌਕੇ ਦੀਆਂ ਤਸਵੀਰਾਂ ਜ਼ਰੂਰ ਸਾਹਮਣੇ ਆਈਆਂ ਪਰ ਮਲਬੇ ਦੇ ਹੇਠਾਂ ਮਜ਼ਦੂਰ ਦਬ ਗਏ। 2 ਜਣਿਆਂ ਦੀ ਮੌਤ ਹੋਈ ਦੱਸੀ ਜਾ ਰਹੀ ਹੈ ਔਰ 4 ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਸੋ ਦੱਸ ਦਈਏ ਕਿ ਉਹ ਵੀ ਜ਼ਖਮੀ ਹੋਏ ਨੇ ਪਰ ਕਿਤੇ ਨਾ ਕਿਤੇ ਹਾਲਤ ਠੀਕ ਹੈ ਉਹਨਾਂ ਦੀ, ਸੁਰੱਖਿਅਤ ਉਹਨਾਂ ਨੂੰ ਬਾਹਰ ਕੱਢਿਆ ਗਿਆ। 2 ਮਜ਼ਦੂਰਾਂ ਦੀ ਮੌਤ ਹੋ ਗਈ ਕਿਉਂਕਿ ਅਚਾਨਕ ਤੋਂ ਇਹ ਹਾਦਸਾ ਵਾਪਰਿਆ। ਉਦਯੋਗ ਵਿਹਾਰ ਦੇ ਵਿੱਚ ਇਹ ਫੈਕਟਰੀ ਸੀ ਜਿਸ ਦੀ ਕੰਧ ਢਹਿ ਗਈ, ਸੋ ਜਿਸ ਤੋਂ ਬਾਅਦ ਮਲਬੇ ਦੇ ਹੇਠ ਸਾਰਾ ਮਜ਼ਦੂਰ ਜਿਹੜੇ ਨੇ ਦਬਦੇ ਹੋਏ ਨਜ਼ਰ ਆਏ। ਇਸ ਤੋਂ ਇਲਾਵਾ ਮਲਬੇ ਦੇ ਵਿੱਚ ਇਹ ਸਾਰੀ ਫੈਕਟਰੀ ਤਬਦੀਲ ਹੋ ਗਈ ਤਾਂ ਮੌਕੇ ਦੀਆਂ ਤਸਵੀਰਾਂ ਵੀ ਵੇਖਣ ਨੂੰ ਮਿਲੀਆਂ। ਤਾਂ 2 ਮਜ਼ਦੂਰਾਂ ਦੀ ਮੌਤ ਹੋਈ ਹੈ ਤਾਂ ਅਪਡੇਟ ਲੈ ਲੈਂਦੇ ਆ। हरमवीर साढ़े नाल फोन लाइन पे मौजूद ने। क्या कुछ जानकारी हाल ही की अगर बात की जाए, क्योंकि हादसा बड़ा था और 2 मजदूरों की मौत की खबर भी है। बिल्कुल, देखिए सुबह की ये घटना है जब प्लॉट नंबर 257 जो कि उद्योग विहार फेज 1 में है उसमें ये बिल्डिंग गिरी थी, क्योंकि इस पुरानी बिल्डिंग थी, इसको तोड़ने का काम चल रहा था और कहा यही जा रहा है कि इस बिल्डिंग को मैनुअल तरीके से तोड़ा जा रहा था, जिसकी वजह से ये हादसा हुआ। और इस हादसे में 4 मजदूर दब गए थे, जिसमें से 4 को बाहर निकाल लिया गया है, जिसमें 2 की मौके पर ही मौत हो गई, जबकि 2 लोग अभी भी गंभीर हालत में हैं, उनको अस्पताल में भर्ती करवाया गया है। जिला प्रशासन का ये कहना है कि वो जल्द ही इस पूरे मामले में एक मामला दर्ज करेगी, केस दर्ज करेगी। जो लोग इसमें दोषी होंगे उनके खिलाफ कार्रवाई की जाएगी, लेकिन अभी तक मामला दर्ज नहीं किया गया है। जैसे ये मामला दर्ज किस किस के खिलाफ होता है ये देखने वाली बात होगी, लेकिन कुल मिलाकर अगर हम बात करें तो एक बड़ी लापरवाही थी ये, क्योंकि इस बिल्डिंग को जो तोड़ने का काम था वो सही तरीके से नहीं किया जा रहा था। मैनुअली इस बिल्डिंग को तोड़ा जा रहा था, जो सुरक्षा के नियम है उनका पालन नहीं किया जा रहा था, जिसकी वजह से ये हादसा हुआ और इसमें 2 लोगों को अपनी जान गंवानी पड़ी, जबकि 2 लोग अभी भी घायल हैं। जी ठीक है धर्मवीर, बहुत बहुत शुक्रिया तमाम जानकारी के लिए। ਤਾਂ ਇਹ ਕੰਧ ਟਹਿ ਗਈ ਔਰ ਉਸ ਤੋਂ ਬਾਅਦ 2 ਮਜ਼ਦੂਰਾਂ ਦੀ ਮੌਤ ਹੋਈ ਹੈ। ਇਸ ਤੋਂ ਇਲਾਵਾ 4 ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਸੋ ਸਿੱਧੇ ਤੌਰ ਤੇ ਇਹ ਵੱਡਾ ਹਾਦਸਾ ਵਾਪਰਿਆ, ਅਚਨਚੇਤ ਹਾਦਸਾ ਵਾਪਰਿਆ। ਅੱਗੇ ਵਧਿਆ ਤਾਂ ਪੀਆਰਟੀਸੀ ਮੁਲਾਜ਼ਮਾਂ ਦਾ ਜੋ ਹੱਲਾ ਬੋਲ ਹੈ, ਪਟਿਆਲਾ ਦੇ ਵਿੱਚ ਪੀਆਰਟੀਸੀ ਮੁਲਾਜ਼ਮਾਂ ਨੇ ਪ੍ਰਦਰਸ਼ਨ ਕੀਤਾ ਹੈ। ਬੱਸ ਸਟੈਂਡ ਤੇ ਦੱਸਦੀ ਕਿ ਜ਼ਬਰਦਸਤ ਪ੍ਰਦਰਸ਼ਨ ਕੀਤਾ ਗਿਆ। ਪੰਜਾਬ ਭਰ ਦੇ ਵਿੱਚੋਂ ਪੀਆਰਟੀਸੀ ਮੁਲਾਜ਼ਮ ਇੱਥੇ ਪਹੁੰਚੇ ਹੋਏ ਸਨ ਔਰ ਤਨਖਾਹ ਨਾ ਮਿਲਣ ਕਰਕੇ ਨਾਰਾਜ਼ ਨੇ। 3 ਮਹੀਨੇ ਤੋਂ ਤਨਖਾਹਾਂ ਨਹੀਂ ਮਿਲੀਆਂ, ਇਹ ਜਾਣਕਾਰੀ ਮਿਲੀ ਹੈ, ਜਿਸ ਤੋਂ ਬਾਅਦ ਇਹ ਪ੍ਰਦਰਸ਼ਨ ਕੀਤਾ ਗਿਆ। ਇਸ ਤੋਂ ਇਲਾਵਾ ਵੀ ਇਹਨਾਂ ਦੀਆਂ ਹੋਰ ਮੰਗਾਂ ਨੇ, ਪੱਕਾ ਕਰਨ ਨੂੰ ਲੈ ਕੇ ਮੰਗ ਕੀਤੀ ਜਾ ਰਹੀ ਹੈ, ਜਿਸ ਨੂੰ ਲੈ ਕੇ ਹੱਲਾ ਬੋਲਿਆ ਗਿਆ। ਹਾਲਾਂਕਿ ਇਸ ਦੇ ਚੱਲਦੇ ਪ੍ਰਦਰਸ਼ਨ ਦੇ ਚੱਲਦੇ ਰਾਹਗੀਰਾਂ ਨੂੰ ਜਾਂ ਕਹਿ ਲਈਏ ਕਿ ਸਵਾਰੀਆਂ ਨੂੰ ਪਰੇਸ਼ਾਨੀ ਹੋਈ ਹੈ। ਜਿਨ੍ਹਾਂ ਨੇ ਬੱਸਾਂ ਦੇ ਵਿੱਚ ਸਫ਼ਰ ਕਰਨਾ ਸੀ ਤਾਂ ਵੱਡੀ ਸਮੱਸਿਆ ਉਹਨਾਂ ਨੂੰ ਆਈ ਹੈ, ਪਰ ਇਹ ਪ੍ਰਦਰਸ਼ਨ ਦੀਆਂ ਤਸਵੀਰਾਂ ਵੀ ਮੌਕੇ ਤੋਂ ਸਾਹਮਣੇ ਆਈਆਂ। ਪਟਿਆਲਾ ਦੇ ਵਿੱਚ ਪ੍ਰਦਰਸ਼ਨ ਹੋ ਰਿਹਾ ਹੈ, ਤਨਖਾਹਾਂ ਨਹੀਂ ਮਿਲੀਆਂ ਤਾਂ ਹੋਰ ਮੁੱਦੇ ਨੇ ਜਿਸ ਨੂੰ ਲੈ ਕੇ ਇਹ ਹੱਲਾ ਬੋਲਿਆ ਗਿਆ। ਅੱਗੇ ਵਧਦੇ ਹਾਂ ਤਾਂ ਮੁਕਤਸਰ ਸਾਹਿਬ ਦੇ ਪਿੰਡ ਧੂਰਕੋਟ ਦੀ ਨਿਰੋਲ ਸੇਵਾ ਸੰਸਥਾ ਦੇ ਵੱਲੋਂ ਲੰਮੇ ਸਮੇਂ ਤੋਂ ਇੱਕ ਵੱਖਰੀ ਤਰ੍ਹਾਂ ਦੀ ਸੇਵਾ ਕੀਤੀ ਜਾ ਰਹੀ ਹੈ। ਇਸ ਸੰਸਥਾ ਦੇ ਵੱਲੋਂ ਪੂਰੇ ਜ਼ਿਲ੍ਹੇ ਦੇ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਿਰਧ ਪਾਵਨ ਸਰੂਪਾਂ ਨੂੰ ਇਕੱਠੇ ਕਰਕੇ ਪਿੰਡ ਧੂਰਕੋਟ ਦੇ ਗੁਰਦੁਆਰਾ ਸਾਹਿਬ ਲਿਆਂਦਾ ਜਾਂਦਾ ਹੈ ਤੇ ਇੱਥੇ ਪੂਰਨ ਮਰਿਆਦਾ ਦੇ ਨਾਲ ਗੁਰੂ ਗੋਬਿੰਦਵਾਲ ਸਾਹਿਬ ਸ੍ਰੀ ਗੁਰੂ ਗੋਬਿੰਦਵਾਲ ਸਾਹਿਬ ਲਈ ਰਵਾਨਾ ਕੀਤਾ ਜਾਂਦਾ ਹੈ ਤਾਂ ਬਿਰਧ ਪਾਵਨ ਸਰੂਪਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਜਾਂਦਾ ਹੈ। ਸੰਸਥਾ ਦੇ ਵੱਲੋਂ ਪਿਛਲੇ ਦਿਨੀ 65 ਦੇ ਕਰੀਬ ਪਾਵਨ ਸਰੂਪ ਤੇ ਹੋਰ ਧਾਰਮਿਕ ਪੋਥੀਆਂ ਨੂੰ ਇਕੱਤਰ ਕੀਤਾ ਗਿਆ। ਇਹ ਹੁਣ ਸਤਿਕਾਰ ਦੇ ਨਾਲ ਗੋਇੰਦਵਾਲ ਸਾਹਿਬ ਦੇ ਲਈ ਰਵਾਨਾ ਕੀਤਾ ਗਿਆ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਮਾਰੇ ਬਿਰਧ ਸਰੂਪ ਸਾਰੇ ਪਿੰਡਾਂ ਦੇ ਵਿੱਚੋਂ ਲਿਆ ਕੇ ਇੱਥੇ ਇੱਕ ਥਾਂ ਤੇ ਇਕੱਤਰ ਕਰਕੇ ਜੋ ਆਪਣੇ 22 ਪੋਥੀ, ਭਗਤ ਬਾਣੀ ਪੋਥੀ, 5 ਗ੍ਰੰਥੀ ਪੋਥੀ ਜਾਂ ਗੁਟਕੇ ਸਾਹਿਬ ਬਿਰਧ ਹੋ ਜਾਂਦੇ ਨੇ, ਉਹਨਾਂ ਨੂੰ ਇੱਥੇ ਇਕੱਤਰ ਕਰਕੇ ਹੁਣ ਸ੍ਰੀ ਗੋਬਿੰਦਵਾਲ ਸਾਹਿਬ ਬਾਰੇ ਸਰੂਪ ਲੈ ਕੇ ਚੱਲੇ ਨੇ ਬੜੇ ਸਤਿਕਾਰ ਦੇ ਨਾਲ। ਇਸ ਸਾਰੇ ਹੀ ਨਗਰ ਦਾ ਬਹੁਤ ਧੰਨਵਾਦ ਆ। ਬੜੇ ਲੰਬੇ ਸਮੇਂ ਤੋਂ ਸੇਵਾਦਾਰ ਲੱਗੇ ਹੋਏ ਆ ਇੱਥੇ ਸਾਰੇ, ਜਿੰਨਾ ਵੀ ਆਪਣਾ ਚਾਹੇ ਜਿਲਤ ਦੀ ਸੇਵਾ ਹੈ ਚਾਹੇ ਕੋਈ ਅੰਗ ਦੀ ਸੇਵਾ ਹੈ, ਉਹ ਜਿੰਨਾ ਚਿਰ ਸਾਰਾ ਤਸੱਲੀ ਨਹੀਂ ਹੁੰਦੀ ਵੀ ਇਹ ਪਵਿੱਤਰ ਪਾਵਨ ਸਰੂਪ ਜਿਹੜਾ ਹੈ ਸੰਸਕਾਰ ਕਰਨ ਦੇ ਕਾਬਲ ਹੈ, ਉਹ ਚੈੱਕ ਕਰਕੇ ਸਾਰਾ ਫਿਰ ਇਹ ਸੇਵਾ ਨਿਭਾਈ ਜਾਂਦੀ ਹੈ। ਤੇ ਅੱਜ ਇੱਥੋਂ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨਾਲ ਚੱਲੀਆਂ, ਇੱਥੋਂ ਚੱਲ ਕੇ ਸਿੱਧੇ ਗੋਇੰਦਵਾਲ ਸਾਹਿਬ
ਜਾ ਕੇ ਇਹ ਜਿਹੜੇ ਪਾਵਨ ਸਰੂਪ ਵਿਰਾਜਮਾਨ ਹੋਣਗੇ। ਉਸ ਤੋਂ ਬਾਅਦ ਸੰਗਤਾਂ ਨੂੰ ਹੋਰ ਵੀ ਜਿਹੜੇ ਵੱਖ-ਵੱਖ ਗੁਰੂ ਧਾਮਾਂ ਦੇ ਦਰਸ਼ਨ ਆ ਉਹ ਕਰਾਏ ਜਾਣਗੇ। 65 ਸਰੂਪ ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਇਕੱਤਰ ਕੀਤੇ ਗਏ ਸਨ, ਬੜੇ ਸਤਿਕਾਰ ਦੇ ਨਾਲ ਸੰਗਤ ਨੇ ਦੇਖੋ ਭਾਵਨਾ ਦੇ ਨਾਲ ਸੇਵਾ ਕੀਤੀ ਹੈ। ਅੱਗੇ ਵਧਿਆ ਤਾਂ ਜਲੰਧਰ ਦੀ ਰੇਚਲ ਗੁਪਤਾ ਨੇ ਪੂਰੀ ਦੁਨੀਆ ਦੇ ਵਿੱਚ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਰੇਚਲ ਨੇ ਪੈਰਿਸ ਦੇ ਵਿੱਚ ਮਿਸ ਸੁਪਰ ਟੈਲੈਂਟ ਆਫ ਦਾ ਵਰਲਡ ਦਾ ਖਿਤਾਬ ਜਿੱਤਿਆ। ਇਸ ਕੰਪੀਟੀਸ਼ਨ ਦੇ ਵਿੱਚ 60 ਦੇਸ਼ਾਂ ਦੀਆਂ ਮਾਡਲਸ ਨੇ ਹਿੱਸਾ ਲਿਆ। ਇੰਦਰਾ ਗਾਂਧੀ ਏਅਰਪੋਰਟ ਤੇ ਪਹੁੰਚਣ ਤੇ ਰੇਚਲ ਗੁਪਤਾ ਦਾ ਬੈਂਡ ਬਾਜਿਆਂ ਦੇ ਨਾਲ ਸਵਾਗਤ ਕੀਤਾ ਗਿਆ। ਮਿਸ ਸੁਪਰ ਟੈਲੈਂਟ ਆਫ ਦੀ ਵਰਲਡ ਬਣਨ ਤੋਂ ਬਾਅਦ ਹੁਣ ਰੇਚਲ ਮਿਸ ਯੂਨੀਵਰਸ ਬਣਨਾ ਚਾਹੁੰਦੇ ਨੇ ਤੇ ਇਸ ਦੇ ਲਈ ਤਿਆਰੀ ਵੀ ਪੂਰੀ ਤਰ੍ਹਾਂ ਦੇ ਨਾਲ ਸ਼ੁਰੂ ਕੀਤੀ ਹੋਈ ਹੈ। सुपर टैलेंट ऑफ द वर्ल्ड का खिताब जीतकर रेचल गुप्ता पहुंची हैं भारत, और भारत का झंडा अपने हाथ में लेकर उन्होंने पूरी दुनिया में भारत का नाम रोशन किया है। कैसा आप महसूस करती हैं? एक बड़ा प्रतियोगिता था, इसमें भारत ने काफ़ी टक्कर दी और आप जीत कर आई हैं, कैसा महसूस करती हैं रेचल? नमस्ते, थैंक यू सो मच। इतने लोग इकट्ठे हुए हैं, मेरा दिल खुश हो गया है, बहुत ही अच्छा मुझे लग रहा है। और मैं शुरू से बोल रही हूँ कि ये मेरा जीत नहीं, ये इंडिया का जीत है, और मैंने बस कोशिश की कि इंडिया को रिप्रेजेंट करना है, और वो ही करने से इंडिया की जीत हुई है। इस प्रतियोगिता में आपने काफ़ी लंबे समय से मेहनत की थी और आपने कहा था मेरा एक सपना है मिस यूनिवर्स बनने का। अब वो सपना कितना करीब है और उसके लिए क्या कुछ करना है? वो सपना मेरा बहुत ही करीब आ चुका है, बिकॉज अगले साल मैं मिस यूनिवर्स के लिए अप्लाई करूँगी, एंड आई थिंक इंडिया के लिए एक बार मैं जीत चुकी हूँ और मैं दूसरी बार भी ज़रूर जीत कर आऊँगी। बात करें मिस सुपर टैलेंट ऑफ द वर्ल्ड के खिताब की, तो जीनत अमान ने इसको हासिल किया था और उसके बाद वो सेंसेशन बन गई, फिल्म स्टार्स बन गई, बहुत सारे फिल्में उनको मिली। तो किस तरीके से अपना करियर दिखती हैं 10 साल बाद ये खिताब भारत आप लेके आ रही हैं? आई थिंक कि अगर आप एक बार मिस इंडिया बन जाओ और मिस सुपर टैलेंट ऑफ द वर्ल्ड बन जाओ, तो वो आपके साथ पूरी लाइफ के लिए ये रहेगी। मैं अपनी पूरी लाइफ के लिए मिस इंडिया रहूँगी, चाहे जो मर्जी हो जाए। फ्यूचर में मेरे और बहुत गोल्स हैं, यस, बट आई थिंक ये हमेशा मेरे दिल में और लोगों के दिल में रहेगा, क्योंकि इंडिया बहुत टाइम के बाद जीता है और ये हमारी हिस्ट्री में जाएगा। इसलिए सवाल ये कि आप पंजाब के जलंधर से आती हैं और आपने देश भर की तमाम महिलाओं को एक प्रेरणा दी है कि हम भी रेचल गुप्ता बन सकते हैं। उन तमाम लोगों के लिए क्या कहेंगी जो एक सपना देखती हैं और उनको पूरा करने के लिए वो भी दिन रात मेहनत करती हैं? मैं ये बोलूँगी कि जो आपके सपने हैं, आपको उनके पीछे लगना पड़ेगा, क्योंकि जब आपका एक ड्रीम है, आप उसमें अपना सारा एफर्ट लगा लो, सारा हार्ड वर्क लगा लो, और एक दिन आप भी इंडिया का फ्लैग पकड़ोगे और पूरी दुनिया आपको देखेगी। क्योंकि सबसे बड़ी चीज़ है कि आप अपने कंट्री को प्राउड कर सकते हो, एंड आई एम ऑनर्ड कि मैं ये कर पाई हूँ इंडिया के लिए। सो फिलहाल इत्थे रुकते हैं, एक ब्रेक के लिए जल्दी वापस आने।